ਚੱਲ ਰਹੀ ਲੜੀਵਾਰ ਕਥਾ ਵਿੱਚ ਸ਼ਬਦ ਹਜ਼ਾਰਿਆਂ ਵਿੱਚ ਅਖੀਰਲਾ ਸ਼ਬਦ ਮਹਾਰਾਜ ਗੁਰੂ ਨਾਨਕ ਦੇਵ ਜੀ ਹੀ ਬਖਸ਼ਿਸ਼ ਕਰ ਰਹੇ ਨੇ। ਪਹਿਲਾ ਸ਼ਬਦ ਪੰਜਵੇਂ ਪਾਤਸ਼ਾਹ ਦਾ ਸੀ, ਬਾਕੀ ਸਾਰੇ ਸ਼ਬਦ ਪਹਿਲੇ ਪਾਤਸ਼ਾਹ ਮਹਾਰਾਜ ਦੇ ਨੇ। ਭਰਪੂਰ ਸਿੱਖਿਆ ਹੈ ਜਿਨ੍ਹਾਂ ਦੇ ਵਿੱਚ ਸਿੱਖੀ ਦੀ। ਤਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਿਲਾਵਲ ਰਾਗ ਦਾ ਇਹ ਦੂਸਰਾ ਸ਼ਬਦ ਹੈ, ਕਿਉਂਕਿ ਜਿੱਥੇ ਬਿਲਾਵਲ ਰਾਗ ਸ਼ੁਰੂ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਕੱਲ ਪਹਿਲਾ ਸ਼ਬਦ ਸੀ, ਅੱਜ ਦੂਸਰਾ ਹੈ। ਇਹ ਮੁੱਖ ਵਾਕ ਦੇ ਵਿੱਚ ਨਹੀਂ ਆਉਂਦੇ। ਸੋ ਮੁੱਖ ਵਾਕ ਦੇ ਵਿੱਚ ਆਉਂਦਾ ਆਪੇ ਸ਼ਬਦ ਆਪੇ ਨਿਸ਼ਾਨ। ਇਹ ਫਿਰ ਤੀਸਰਾ ਸ਼ਬਦ ਆ ਜਾਂਦਾ, ਆਪੇ ਸ਼ਬਦ ਆਪੇ ਨਿਸ਼ਾਨ। ਸੋ ਇਹ ਦੂਸਰਾ ਸ਼ਬਦ ਜਿਹੜਾ ਹੈ ਮਹਾਰਾਜ ਕਹਿੰਦੇ ਬਿਲਾਵਲ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਬਿਲਾਵਲ ਰਾਗ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਇਹ ਜੀਵ ਨੂੰ ਬਖਸ਼ਿਸ਼ ਕਰਦੇ ਨੇ। ਮਹਾਰਾਜ ਕਹਿੰਦੇ ਇਹ ਜਿਹੜਾ ਜੀਵ ਹੈ ਸੰਸਾਰ ਦੇ ਅੰਦਰ ਆ ਕੇ ਜਦ ਤੱਕ ਗੁਰੂ ਨੂੰ ਧਾਰਨ ਨਹੀਂ ਕਰਦਾ, ਕੋਲ ਨਹੀਂ ਬੈਠਦਾ, ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਨਹੀਂ ਕਰਦਾ, ਉਦੋਂ ਤੱਕ ਇਹ ਪੂਰਨ ਗੁਰਸਿੱਖ ਨਹੀਂ ਬਣ ਸਕਦਾ। ਬਹੁਤ ਸਾਰੀਆਂ ਬਹੁਤੀਆਂ ਕੀ ਬੜੀਆਂ ਊਣਤਾਈਆਂ, ਕਰੋੜਾਂ ਊਣਤਾਈਆਂ ਬਣ ਜਾਂਦੀਆਂ ਜੀਵ 'ਚ। ਬਹੁਤ ਕੁਝ ਸਿੱਖਣਾ, ਸਿੱਖਦੇ ਹੀ ਆ ਰਹੇ। ਬਾਬਾ ਨੇਚਲ ਸਿੰਘ ਨੇਚਲ ਦਾਸ ਜੀ ਹੋਏ ਨੇ। ਨੇਚਲ ਸਿੰਘ ਜੀ ਤਾਂ ਜਗਾਦਰੀ ਵਾਲੇ ਹੋਏ ਨੇ। ਨੇਚਲ ਦਾਸ ਜੀ ਬੜੇ ਉੱਚ ਕੋਟੀ ਦੇ ਮਹਾਂਪੁਰਸ਼ ਕਥਾਵਾਚਕ ਹੋਏ ਨੇ। ਉਹਨਾਂ ਕੋਲ ਕੋਈ ਮਾਤਾ ਆਪਣੇ ਬੱਚੇ ਨੂੰ ਲੈ ਗਈ, ਇਹਨੂੰ ਕਥਾ ਸਿਖਾਉਣੀ ਹੈ। ਹੁਣ ਪਹਿਲੇ ਦਿਨ ਹੀ ਪੁੱਛਣ ਲੱਗ ਗਈ, ਇਹ ਬਾਬਾ ਜੀ ਕਿੰਨੇ ਕੁ ਚਿਰ 'ਚ ਕਥਾ ਸਿੱਖ ਜੂਗਾ? ਮਹਾਂਪੁਰਸ਼ ਕਹਿੰਦੇ 70 ਸਾਲ ਤਾਂ ਮੈਨੂੰ ਹੋ ਗਏ, ਮੈਨੂੰ ਹਲੇ ਤੱਕ ਕੋਈ ਸਮਝ ਨਹੀਂ ਲੱਗੀ ਹੈ। 70 ਸਾਲਾਂ 'ਚ ਇਹ ਕਥਾ ਦਾ ਕੋਈ ਸਿਰਾ ਤਾਂ ਹੈ ਹੀ ਨਹੀਂ। ਕਹਿੰਦੇ ਜੇ 1000 ਸਾਲ ਉਮਰ ਹੋ ਜੇ ਤਾਂ ਵੀ ਇਹਦਾ ਸਿਰਾ ਨਹੀਂ। ਕਹਿੰਦੇ ਗੁਰੂ ਨਾਨਕ ਦੇਵ ਜੀ ਦੀ ਤੁਕ ਹੈ, ਨਾਨਕ ਕਥਨਾ ਕਰੜਾ ਸਾਰ। ਬੀਬੀ ਰੋਟੀ ਖਾਣ ਜੋਗਾ ਹੋ ਜੂ 5 ਸਾਲਾਂ 'ਚ। ਬਸ ਇੰਨਾ ਕਹਿ ਸਕਦੇ ਆ। ਜੇ ਤੂੰ ਕੋਈ ਕਥਾ ਸਿੱਖਣੀ ਹੈ, ਕਥਾ ਦਾ ਕੀ ਸਿੱਖਣਾ? ਕਥਾ ਤਾਂ ਸਿੱਖਦੇ ਜਾਓ, ਸਿੱਖਦੇ ਜਾਓ, ਸਿੱਖਦੇ ਜਾਓ, ਸਿੱਖਦੇ ਜਾਓ। ਭਾਵੇਂ ਕਰੋੜਾਂ ਜਨਮ ਕਥਾ ਸਿੱਖੀ ਜਾਓ, ਕਥਾ ਤਾਂ ਸਿਰਾ ਲੱਗਦਾ ਹੀ ਨਹੀਂ ਕਿਸੇ ਪਾਸੇ ਨੂੰ। ਇਹ ਤਾਂ ਅਥਾਹ ਸਮੁੰਦਰ ਹੈ। ਇਸ ਕਰਕੇ ਮਹਾਰਾਜ ਕਹਿੰਦੇ ਬਿਲਾਵਲ ਮਹੱਲਾ ਪਹਿਲਾ। ਔਰ ਇਹਦੇ 'ਚ ਰਹਾਉ ਦੀਆਂ ਪੰਕਤੀਆਂ 'ਚ ਸ਼ਬਦ ਦਾ ਪ੍ਰਯੋਜਨ ਹੈ, ਮਨ ਬੇਧਿਆ ਦਇਆਲ ਸੇਤੀ ਮੇਰੀ ਮਾਈ। ਹੇ ਭਾਈ, ਮੇਰਾ ਜਿਹੜਾ ਮਨ ਹੈ ਨਾ, ਦਇਆਲ ਦੇ ਪਰਮੇਸ਼ਰ ਦੇ ਨਾਲ ਬਿੰਨਿਆ ਗਿਆ, ਮਿਲ ਗਿਆ, ਇੱਕ ਮਿਕ ਹੋ ਗਿਆ। ਕੌਣ ਜਾਣਾ ਪੀਰ ਭਰਾਈ। ਜਦੋਂ ਮੇਰਾ ਮਨ ਉਹਦੇ ਨਾਲ ਮਿਲ ਗਿਆ, ਅੰਦਰੇ ਅੰਦਰ ਪਰਮਾਤਮਾ ਵਿੱਚ ਜੁੜ ਗਿਆ, ਹੁਣ ਮੇਰੇ ਮਨ ਨੂੰ ਜਿਹੜੀ ਉਹ ਤੜਪਣਾ ਲੱਗੀ ਹੈ ਉਹਦੇ ਦਰਸ਼ਨਾਂ ਦੀ, ਉਹਦੀ ਪ੍ਰਾਪਤੀ ਦੀ, ਉਹ ਮੇਰੀ ਪੀੜਾ ਨੂੰ ਕੌਣ ਜਾਣਦਾ ਹੈ। ਹਮ ਨਾਹੀ ਜਿੰਤ ਪਰਾਈ। ਇੱਕ ਪਰਮੇਸ਼ਰ ਦੇ ਦਰਸ਼ਨਾਂ ਨੂੰ ਛੱਡ ਕੇ ਮੈਨੂੰ ਤਾਂ ਹੋਰ ਕੋਈ ਚਿੰਤਾ ਨਹੀਂ। ਨਾ ਖਾਣ ਦੀ, ਨਾ ਪੀਣ ਦੀ, ਨਾ ਪਹਿਰਨ ਦੀ, ਨਾ ਮਾਇਆ ਦੀ, ਨਾ ਪਦਾਰਥਾਂ ਦੀ, ਨਾ ਕਿਸੇ ਦੀ ਹੋਰ। ਮੈਨੂੰ ਤਾਂ 24 ਘੰਟੇ ਇੱਕੋ ਹੀ ਬਣੀ ਰਹਿੰਦੀ ਹੈ ਕਿ ਕਦ ਦਰਸ਼ਨ ਹੋਣਗੇ। ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਹੀ ਸ਼ਬਦ ਹੈ ਤਲੰਗ ਰਾਗ 'ਚ। ਸੋ ਇਸ ਕਰਕੇ ਭਉ ਤੇਰਾ ਭਾਂਗ ਖੱਲੀ ਮੇਰਾ ਚੀਤ, ਮੈਂ ਦੇਵਾਨਾ ਪਾਇਆ ਅਤੀਤ। ਆਓ ਸ਼ਬਦ ਪਰ ਆਰੰਭ ਕਰਦੇ ਗੁਰੂ ਨਾਨਕ ਦੇਵ ਜੀ। ਮਨ ਮੰਦਰ ਕਹਿੰਦੇ ਮਹਾਰਾਜ ਕਹਿੰਦੇ ਮਨ ਨੂੰ ਹੀ ਮੈਂ ਮੰਦਰ ਬਣਾਇਆ ਹੋਇਆ ਆਪਣੇ ਅੰਦਰ। ਤਨ ਵੇਸ ਕਲੰਦਰ। ਇਹ ਜਿਹੜਾ ਬਾਹਰ ਜਿਹੜਾ ਮੈਂ ਆਪਣਾ ਤਨ ਹੈ, ਇਹਦਾ ਵੇਸ ਕਿਹੜਾ ਬਣਾਇਆ? ਕਲੰਦਰ ਵਾਲਾ, ਫਕੀਰੀ ਵਾਲਾ, ਫਕਰਾਂ ਵਾਲਾ। ਜਿਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ ਤੇ ਨਿਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਕਈਆਂ ਦੇ ਵਿਚਾਰ ਐਸੇ ਵੀ ਨੇ ਕਿ ਤਨ ਵੇਸ ਕਲੰਦਰ, ਮਨ ਨੂੰ ਬਾਂਦਰ ਬਣਾਇਆ ਹੈ, ਸਰੀਰ ਦਾ ਵੇਸ ਮਦਾਰੀਆਂ ਵਾਲਾ ਬਣਾਇਆ। ਪਰ ਜਿਉਂ-ਜਿਉਂ ਸਮਾਂ ਅੱਗੇ ਆਉਂਦਾ ਖੋਜੀ ਖੋਜ ਕਰਦੇ ਨੇ, ਸ਼ਬਦ ਨੂੰ ਸਹੀ ਢੰਗ ਨਾਲ ਸਾਹਮਣੇ ਲਿਆਉਣ ਦਾ ਯਤਨ ਕਰਦੇ ਨੇ। ਉਹਨਾਂ ਖੋਜੀਆਂ ਦੇ ਨਾਲ ਜਦੋਂ ਵਿਚਾਰ ਸਾਂਝੇ ਹੁੰਦੇ ਨੇ, ਉਹ ਕਹਿੰਦੇ ਨੇ ਬਣਦੀ ਤਾਂ ਗੱਲ ਨਹੀਂ ਹੈ,
ਬਾਂਦਰ ਵਾਲੀ ਗੱਲ ਜਾਂ ਕਲੰਦਰ ਵਾਲੀ ਗੱਲ, ਕਲੰਦਰ ਮਦਾਰੀ ਨੂੰ ਕਹਿੰਦੇ, ਪਰ ਕਹਿੰਦੇ ਕਲੰਦਰ ਵਾਲਾ ਵੇਸ ਮੈਂ ਬਣਾਇਆ ਹੈ ਸਾਦਗੀ ਵਾਲਾ, ਫੱਕਰ ਫਕੀਰ ਵਾਲਾ, ਅਤੇ ਮਨ ਨੂੰ ਮੰਦਰ ਬਣਾਇਆ ਅੰਦਰੋਂ। ਬਾਹਰਲਾ ਮੇਰਾ ਵੇਸ ਕਿਹੜਾ ਹੈ? ਰੱਖ ਗਰੀਬੀ ਵੇਸ। ਬਾਹਰੋਂ ਮੈਂ ਆਪਣੇ ਵੇਸ ਨੂੰ ਐਸਾ ਬਣਾਇਆ ਕਿ ਕਿਉਂਕਿ ਜੇ ਬਾਹਰਲਾ ਲਿਬਾਸ ਜ਼ਿਆਦਾ ਚਟਕੀਲਾ ਭਟਕੀਲਾ ਹੋ ਜੇ ਫਿਰ ਦੁਨੀਆ ਖਿੱਚੀ ਤੁਰੀ ਆਉਂਦੀ। ਅਸੀਂ ਦੁਨੀਆ ਨੂੰ ਰੱਖਣਾ ਪਰੇ ਪਰੇ। ਜਿਹੜਾ ਬੰਦਾ ਸਾਦਾ ਜਿਹਾ ਹੋਵੇ ਉਹਦਾ ਲੋਕ ਦੇਖਦੇ ਹੀ ਨਹੀਂ, ਤੇ ਉਹ ਚਾਹੁੰਦੇ ਵੀ ਇਹੀ ਹੁੰਦੇ ਨੇ ਕੋਈ ਦੇਖੇ ਨਾ। ਚੱਲ ਬੁਲਿਆ ਉੱਥੇ ਚੱਲੀਏ ਜਿੱਥੇ ਸਾਰੇ ਅੰਨੇ, ਨਾ ਕੋਈ ਸਾਨੂੰ ਦੇਖੇ ਪਛਾਣੇ ਨਾ ਕੋਈ ਸਾਨੂੰ ਮੰਨੇ। ਬੁੱਲਾ ਜੀ ਤਾਂ ਕਹਿੰਦੇ ਚੱਲ ਉੱਥੇ ਚੱਲੀਏ ਜਿੱਥੇ ਕੋਈ ਮੈਨੂੰ ਜਾਣਦਾ ਨਾ ਹੋਵੇ, ਐਵੇਂ ਖਾਮ ਖਾਂ ਲੋਕ ਤੰਗ ਕਰਦੇ ਗੱਲਾਂ ਵਾਲੇ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਮਨ ਮੰਦਰ ਔਰ ਸਰੀਰ ਦਾ ਵੇਸ ਬਾਹਰੋਂ ਫਕੀਰਾਂ ਵਾਲਾ। ਘਟ ਹੀ ਤੀਰਥ ਨਹਾਵਾ, ਇਹ ਮਨ ਮੰਦਰ ਦੇ ਅੰਦਰ ਜਿਹੜਾ ਘਟ ਹਿਰਦਾ ਹੈ ਇਸੇ ਦੇ ਉੱਤੇ ਤੀਰਥ ਉੱਤੇ ਇਸ਼ਨਾਨ ਕਰਦਾ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ। ਅੰਦਰਲਾ ਇਸ਼ਨਾਨ ਕਰਨਾ ਇੱਕ ਬਾਹਰਲਾ ਇਸ਼ਨਾਨ ਹੈ। ਬਾਹਰਲੇ ਇਸ਼ਨਾਨ ਤਾਂ ਸਧਾਰਨ ਜੀ ਗੱਲ ਹੈ, ਪਰ ਅੰਦਰਲਾ ਇਸ਼ਨਾਨ ਕਰਨਾ ਬਹੁਤ ਔਖਾ ਹੈ। ਇੱਕ ਬਾਹਰ ਸਰੋਵਰ ਹੈ ਰਾਮਦਾਸ ਸਰੋਵਰ, ਨਾਤੇ ਸਭ ਉਤਰੇ ਪਾਪ ਕਮਾਤੇ। ਉੱਥੇ ਇਸ਼ਨਾਨ ਸਾਰੇ ਕਰਦੇ ਨੇ, ਪਰ ਜਿਹੜੇ ਸਰੋਵਰ ਦੀ ਗੱਲ ਗੁਰੂ ਨਾਨਕ ਸਾਹਿਬ ਕਰਦੇ ਨੇ, ਗੁਰੂ ਅਮਰਦਾਸ ਜੀ ਕਰਦੇ ਨੇ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਕਰਦੇ ਨੇ, ਉਸ ਸਰੋਵਰ ਨੂੰ ਪਕੜਨਾ ਅੰਦਰੋਂ। ਸਰੀਰ ਸਰੋਵਰ ਭੀਤਰੇ ਅੱਛਾ ਕਮਲ ਅਨੂਪ। ਮਹਾਰਾਜ ਕਹਿੰਦੇ ਸਰੀਰ ਸਰੋਵਰ ਹੈ ਦੇ ਅੰਦਰ ਬੜਾ ਇੱਕ ਕਮਲ ਖਿੜਿਆ ਹੋਇਆ। ਤੁਸੀਂ ਉਹ ਕਮਲ ਦੇਖਿਆ ਕਦੇ? ਸਰੀਰ ਰੂਪੀ ਸਰੋਵਰ ਦੇ ਵਿੱਚ। ਇਸੇ ਤਰ੍ਹਾਂ ਆਤਮਿਕ ਤੀਰਥ ਦਾ ਇਸ਼ਨਾਨ ਮਹਾਰਾਜ ਕਹਿੰਦੇ ਤੀਰਥ ਨਹਾਵਣ ਜਾਓ। ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਦਾਨ ਤੀਰਥ 10 ਪੁਰਬ ਸਦਾ ਦਸਹਰਾ। ਹਉ ਨਾਮ ਹਰ ਕਾ ਸਦਾ ਜਾਚੋਂ ਦੇਹੋ ਪ੍ਰਭ ਧਰਨੀ ਧਰਾ। ਮਹਾਰਾਜ ਕਹਿੰਦੇ ਮੈਂ ਅੰਦਰਲੇ ਤੀਰਥ ਦੀ ਗੱਲ ਕਰ ਲਾ। ਅੰਦਰਲੇ ਤੀਰਥ ਤੇ ਇਸ਼ਨਾਨ ਕਰੋ। ਏਕ ਸ਼ਬਦ ਮੇਰਾ ਪ੍ਰਾਨ ਵਸਤ ਹੈ। ਇੱਕ ਜਿਹੜਾ ਸ਼ਬਦ ਬ੍ਰਹਮ ਹੈ ਨਾ ਉਹ ਮੇਰੇ ਪ੍ਰਾਣਾਂ ਵਿੱਚ ਵਸਦਾ ਹੈ। ਹੁਣ ਅੱਖਰੀ ਅਰਥ ਤਾਂ ਬ੍ਰਹਮ ਹੀ ਬਣਦਾ ਹੈ, ਪਰ ਸ਼ਬਦ ਵੀ ਬ੍ਰਹਮ ਹੈ। ਇਸ ਕਰਕੇ ਚਾਹੇ ਗੁਰਾਂ ਦਾ ਸ਼ਬਦ ਵਾਹਿਗੁਰੂ ਮੰਤਰ ਕਹਿ ਲਓ, ਚਾਹੇ ਬ੍ਰਹਮ ਨੂੰ ਖੋਦੇ ਕਹਿ ਲਓ। ਮਹਾਰਾਜ ਕਹਿੰਦੇ ਮੇਰੇ ਹਿਰਦੇ 'ਚ ਮੇਰੇ ਪ੍ਰਾਣਾਂ ਵਿੱਚ ਇੱਕ ਸ਼ਬਦ ਵਸਦਾ ਹੈ। ਏਕ ਸ਼ਬਦ ਭਾਵ ਬ੍ਰਹਮ ਵਸਦਾ ਮੇਰੇ ਹਿਰਦੇ ਮੇਰੇ ਪ੍ਰਾਣਾਂ 'ਚ। ਉਸ ਦੇ ਹਿਰਦੇ 'ਚ ਵਸਣ ਕਰਕੇ ਜਾਂ ਪ੍ਰਾਣਾਂ ਵਿੱਚ ਵਸਣ ਕਰਕੇ, ਸ਼ਬਦ ਦੇ ਵਸਣ ਕਰਕੇ, ਵਾਸਾ ਹੋਣ ਕਰਕੇ, ਵਾਸਾ ਹੁੰਦਾ ਜਦੋਂ ਹਿਰਦੇ 'ਚ ਨਾਮ ਵਾਸਾ ਹੁੰਦਾ, ਪਹਿਲਾਂ ਕੰਠ ਵਿੱਚ, ਫਿਰ ਹਿਰਦੇ 'ਚ, ਫਿਰ ਧੁੰਨੀ ਵਿੱਚ, ਫਿਰ ਰੋਮਾਂ ਵਿੱਚ। ਇਹਦਾ ਵਾਸਾ ਫਿਰ ਖੂਨ ਵਿੱਚ ਵੀ ਹੁੰਦਾ ਹੈ, ਹੱਡਾਂ ਵਿੱਚ, ਪ੍ਰਾਣਾਂ ਵਿੱਚ, ਹਰ ਜਗ੍ਹਾ ਤੇ ਹੁੰਦਾ ਹੈ। ਸੋ ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਜਦੋਂ ਕਾਫੀ ਢਿੱਲੇ ਹੋ ਗਏ, ਡਾਕਟਰ ਕੋਲ ਲੈ ਕੇ ਗਏ। ਡਾਕਟਰ ਨੇ CMC 'ਚ ਜਦੋਂ ਉਹਨਾਂ ਨੂੰ ਦੇਖਿਆ, ਚੈੱਕ ਕੀਤਾ ਚੰਗੀ ਤਰ੍ਹਾਂ, ਕੰਨਾਂ ਨੂੰ ਲਾ ਕੇ ਟੂਟੀਆਂ ਜੀਆਂ, ਤਾਂ ਉਸ ਵਕਤ ਕਾਫੀ ਦੇਰ ਤੱਕ ਲੱਤ ਦੇ ਉੱਤੇ ਲਾ ਕੇ ਖੜੇ ਰਹੇ। ਕਹਿੰਦੇ ਸਾਰੇ ਦੇਖਣ ਲੱਤ ਦੇ ਉੱਤੇ ਕਿਉਂ ਲਾਈ ਹੈ? ਉਹ ਕਹਿੰਦਾ ਮਹਾਰਾਜ ਮੈਂ ਤਾਂ ਕੁਝ ਹੋਰ ਦੇਖ ਰਿਹਾ, ਨਵੀਂ ਗੱਲ ਹੀ। ਕਹਿੰਦੇ ਕੀ? ਕਹਿੰਦੇ ਜਦ ਤੁਹਾਡੇ ਛਾਤੀ ਤੇ ਮੈਂ ਲਾਇਆ ਸੀ ਤਾਂ ਮੈਨੂੰ ਆਵਾਜ਼ ਆਉਂਦੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿੰਦੇ ਫਿਰ ਮੈਂ ਬਾਂਹ ਤੇ ਲਾ ਕੇ ਦੇਖਿਆ, ਫਿਰ ਤੁਹਾਡੀ ਲੱਤ ਤੇ ਲਾ ਕੇ ਦੇਖਿਆ। ਕਹਿੰਦੇ ਤੁਹਾਡੇ ਸਰੀਰ 'ਚ ਹਰ ਥਾਂ ਤੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ। ਮਹਾਂਪੁਰਸ਼ ਹੱਸ ਕੇ ਕਹਿੰਦੇ ਤੈਨੂੰ ਹੀ ਆਉਂਦੀ ਹੈ, ਹੋਰ ਨਹੀਂ ਕਿਸੇ ਨੂੰ। ਕਹਿੰਦੇ ਜਿਹਦੀ ਆਪਣੀ ਕੋਈ ਅਵਸਥਾ ਹੋਵੇ ਉਹਨੂੰ ਹੀ ਆਉਂਦੀ ਹੁੰਦੀ ਹੈ। ਤੇਰੀ ਵੀ ਤਾਂ ਡਾਕਟਰ ਸਾਹਿਬ ਅਵਸਥਾ ਹੈ ਨਾ? ਕਹਿੰਦੇ ਹਾਂ ਮਹਾਰਾਜ ਕਿਰਪਾ ਮਹਾਰਾਜ ਦੀ, ਤੁਹਾਡੀ ਮਹਾਂਪੁਰਸ਼ਾਂ ਦੀ ਕਿਰਪਾ, ਮੇਰੀ ਵੀ ਅਵਸਥਾ ਹੈ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਜਦੋਂ ਸ਼ਬਦ ਪ੍ਰਾਣਾਂ ਵਿੱਚ ਵਾਸਾ ਕਰਦਾ ਹੈ ਤਾਂ ਉਹਨਾਂ ਗੁਰਮੁਖਾਂ ਦੇ ਸਵਾਸਾਂ ਵਿੱਚ ਖੁਸ਼ਬੂ ਆਉਂਦੀ ਹੈ। ਉਸ ਗੁਰਮੁਖ ਦੇ ਜਿੱਥੋਂ ਲੰਘ ਜਾਂਦੇ ਨੇ
ਉਹਨਾਂ ਦੇ ਚਰਨਾਂ ਦੀ ਧੂੜ ਜਿੱਥੇ ਪੈ ਜਾਂਦੀ ਹੈ ਉੱਥੇ ਵੀ ਉਹ ਪਵਿੱਤਰਤਾ ਬਣ ਜਾਂਦੀ ਹੈ। ਬੜੀ ਡੂੰਘੀ ਗੱਲ ਹੈ, ਇੰਨਾ ਹੀ ਕਾਫੀ ਹੈ। ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਪ੍ਰਾਣਾਂ ਦੇ ਵਿੱਚ ਸ਼ਬਦ ਦਾ ਕਾਹਦਾ ਵਾਸਾ ਹੋਇਆ ਵੀ ਬਹੁੜ ਜਨਮ ਨਾ ਆਵਾਂ, ਹੁਣ ਮੈਂ ਮੁੜ ਕੇ ਜਨਮ ਨਹੀਂ ਲਵਾਂਗਾ, ਕਿਉਂਕਿ ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ ਆਪਾ ਭਾਵ ਗਵਾ ਕੇ ਗੁਰਮੁਖ ਸ਼ੀਤਲ ਹੋ ਜਾਂਦੇ ਨੇ। ਆਪਾ ਭਾਵ ਗਵਾ ਕੇ ਹੁਣ ਮਨ ਦੇ ਅੰਦਰੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ, ਰੋਮਾਂ ਦੇ ਵਿੱਚੋਂ ਆਵਾਜ਼ ਆਉਂਦੀ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਰੋਮਾਂ ਤੋਂ ਬਾਅਦ ਆ ਕੰਧਾਂ ਵਿੱਚੋਂ, ਧਰਤੀ ਵਿੱਚੋਂ, ਆਕਾਸ਼ ਵਿੱਚੋਂ, ਪਾਣੀ ਦੀ ਕਲਕਲ ਵਿੱਚੋਂ ਆਵਾਜ਼ ਆਉਂਦੀ, ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਪੰਛੀ ਵੀ ਬੋਲਦੇ ਨੇ ਤਾਂ ਵੀ ਐਂ ਲੱਗਦਾ ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਐਂ ਲੱਗਦਾ ਕੋਈ ਸਾਰੇ ਹੀ ਜਾਪ ਕਰਦੇ ਨੇ, ਕੋਈ ਬਿਨਾਂ ਜਾਪ ਤੋਂ ਹੈ ਹੀ ਨਹੀਂ। ਮਨ ਬੇਦਿਆ ਦਇਆਲ ਸੇਤੀ ਮੇਰੀ ਮਾਈ, ਇਹ ਮੇਰੀ ਮਾਤਾ, ਇਹ ਤਾਂ ਦਇਆਲ ਅਕਾਲ ਪੁਰਖ ਵਿੱਚ ਮੇਰਾ ਮਨ ਬਿੰਨਿਆ ਗਿਆ, ਪਰੋਤਾ ਗਿਆ, ਮੇਰਾ ਮਨ ਖੁੱਭ ਗਿਆ ਹੈ ਚੰਗੀ ਤਰ੍ਹਾਂ। ਹੁਣ ਮੇਰਾ ਮਨ ਕੁਛ ਨਹੀਂ ਕਰਦਾ ਹੋਰ ਕਰਨ ਨੂੰ, ਆਖਾਂ ਜੀਵਾਂ ਵਿਸਰੈ ਮਰ ਜਾਓ। ਐਸੇ ਅਵਸਥਾ ਚਲੀ ਗਈ, ਕੌਣ ਜਾਣੈ ਪੀਰ ਪਰਾਈ। ਹੁਣ ਇਹੀ ਜੀ ਪੀੜਾ ਨੂੰ ਕੌਣ ਜਾਣ ਸਕਦਾ ਮੇਰੀ ਨੂੰ ਪਰਮੇਸ਼ਰ ਦੇ ਦਰਸ਼ਨਾਂ ਦੀ ਪ੍ਰਾਪਤੀ ਲਈ, ਵਾਹਿਗੁਰੂ 'ਚ ਲੀਨ ਹੋਣ ਲਈ ਪੀੜਾ ਜਿਹੜੀ। ਹਮ ਨਾਹੀ ਚਿੰਤ ਪਰਾਈ, ਸਾਨੂੰ ਦਰਸ਼ਨਾਂ ਨੂੰ ਛੱਡ ਕੇ ਹੋਰ ਕੋਈ ਚਿੰਤਾ ਨਹੀਂ, ਮੈਨੂੰ ਕਿਸੇ ਦੀ ਕੋਈ ਚਿੰਤਾ ਨਹੀਂ, ਕਿਉਂਕਿ ਹਰੇਕ ਦੀ ਪ੍ਰਾਰਬਧ ਲਿਖੀ ਹੋਈ ਹੈ ਉਹਦੇ ਮੱਥੇ ਤੇ। ਇਸ ਕਰਕੇ ਮੈਂ ਦੁਨੀਆ ਦੇ ਲੋਕਾਂ ਵਾਂਗੂ ਚਿੰਤਾ ਨਹੀਂ ਕਰਦਾ, ਨਾ ਆਪਣੀ ਨਾ ਬਗਾਨੀ। ਵਿਸ਼ਰਾਮ ਦੇ ਕੇ ਇੱਕ ਫਰਮਾਉਂਦੇ ਨੇ, ਅਗਮ ਅਗੋਚਰ ਅਲਖ ਅਪਾਰਾ, ਗਮਤਾ ਤੋਂ ਰਹਿਤ ਪਹੁੰਚ ਤੋਂ ਰਹਿਤ। ਅਗੋਚਰ ਇੰਦਰੀਆਂ ਦੇ ਵਿਸ਼ੇ ਤੋਂ ਪਰੇ, ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ, ਜੋ ਹੱਥਾਂ ਨਾਲ ਟੱਚ ਨਹੀਂ ਹੋ ਸਕਦਾ। ਅਲਖ ਲਖਣ ਤੋਂ ਰਹਿਤ, ਅਪਾਰਾ ਪਾਰਾਵਾਰ ਤੋਂ ਰਹਿਤ। ਚਿੰਤਾ ਕਰੋ ਹਮਾਰੀ, हे ਵਾਹਿਗੁਰੂ ਸਾਡੀ ਚਿੰਤਾ ਕਰੋ ਕਿਰਪਾ ਕਰਕੇ। ਇਹ ਬੇਨਤੀ ਕਰਨੀ, ਸਾਡੀ ਚਿੰਤਾ ਕਰੋ। ਕਰਦੇ ਤਾਂ ਹੈ ਉਹ, ਪਰ ਕਿਉਂਕਿ ਸਾਡੇ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਕਹੋ ਵਾਹਿਗੁਰੂ ਨੂੰ, ਮਹਾਰਾਜ ਸਾਡਾ ਵੀ ਖਿਆਲ ਕਰੋ ਜੀ। ਜਲ ਥਲ ਮਹੀਲ ਭਰਪੁਰ ਲੀਣਾ, ਕਟ ਕਟ ਜੋਤ ਤੁਮਾਰੀ। ਤੁਸੀਂ ਕਿਉਂਕਿ ਜਲਾਂ ਵਿੱਚ ਵੀ ਹੋ, ਥਲਾਂ ਦੇ ਵਿੱਚ ਵੀ ਹੋ, ਆਲ ਆਕਾਸ਼ ਵਿੱਚ, ਮਹੀ ਧਰਤੀ ਤੇ, ਭਰਪੁਰ ਲੀਣਾ ਸਾਰੇ ਪੁਲਾੜ ਵਿੱਚ ਹੀ ਵਿਆਪਕ ਹੋ, ਬ੍ਰਹਿਮੰਡਾਂ ਤੱਕ ਵਿਆਪਕ ਹੋ। ਘਾਟ ਘਾਟ ਜੋਤ ਤੁਮਾਰੀ, ਦਿਲਾਂ ਦਿਲਾਂ ਦੇ ਵਿੱਚ, ਹਿਰਦਿਆਂ ਹਿਰਦਿਆਂ ਦੇ ਵਿੱਚ ਤੁਹਾਡੀ ਜੋਤ ਵਿਆਪਕ ਹੈ। ਕੋਈ ਥਾਂ ਨਹੀਂ ਐਸਾ ਜਿੱਥੇ ਤੁਸੀਂ ਨਹੀਂ ਬੈਠੇ। ਹਰੇਕ ਦਰਖਤ ਵਿੱਚ, ਪਸ਼ੂ ਪੰਛੀ ਵਿੱਚ, 84 ਲੱਖ ਜੂਨ ਵਿੱਚ, ਤਾਰਿਆਂ ਸਿਤਾਰਿਆਂ ਵਿੱਚ, ਚੰਦਰਮਾ ਸੂਰਜ ਦੇ ਅੰਦਰ, ਹਰ ਜਗ੍ਹਾ ਦੇ ਉੱਤੇ ਤੁਹਾਡੀ ਜੋਤ ਬਿਰਾਜਮਾਨ ਹੈ। ਸਿੱਖ ਮਤ ਸਭ ਬੁੱਧ ਤੁਮਾਰੀ। ਇਸ ਜੀਵ ਨੂੰ ਜੋ ਤੁਸੀਂ ਬਖਸ਼ਿਸ਼ ਕੀਤਾ, ਸਿੱਖਿਆ, ਮਤ ਦਿੱਤੀ ਹੋਈ, ਅਕਲ ਬੁੱਧੀ ਦਿੱਤੀ ਹੋਈ ਹੈ, ਸਭ ਤੁਹਾਡੀ ਹੋਈ ਹੈ। ਮੰਦਿਰ ਛਾਵਾਂ ਤੇਰੇ, ਇਹ ਜਿਹੜਾ ਮੰਦਿਰ ਸਰੀਰ ਹੈ, ਇਹ ਛਾਵਾਂ ਤੋਂ ਭਾਵ ਆਸਰੇ ਹੈ ਤੇਰੇ। ਆ ਜਿਹੜੀ ਤੁਸੀਂ ਸਿੱਖਿਆ ਦਿੱਤੀ ਹੈ, ਇਹ ਵੀ ਤੁਸੀਂ ਦਿੱਤੀ ਹੈ, ਸੋਹਣੀ ਮੱਤ ਵੀ ਤੁਸੀਂ ਦਿੱਤੀ ਹੈ, ਬੁੱਧੀ ਵੀ ਤੁਸੀਂ ਦਿੱਤੀ ਹੈ, ਸਰੀਰ ਵੀ ਤੁਹਾਡੇ ਆਸਰੇ ਹੈ। ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ। ਇਹ ਮੇਰੇ ਸਾਹਿਬ ਮਾਲਕ, ਤੁਹਾਡੇ ਤੋਂ ਬਿਨਾ ਹੋਰ ਮੈਂ ਕਿਸੇ ਨੂੰ ਜਾਣਦਾ ਨਹੀਂ, ਕਿਉਂਕਿ ਹੋਰ ਦੂਸਰਾ ਰੱਬ ਹੈ ਹੀ ਨਹੀਂ, ਤੇ ਹੋਰ ਮੈਂ ਕਿਹਨੂੰ ਜਾਣਨਾ। ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤੇਰੇ ਨਹੀਂ ਆਉਂਦੇ ਹੋ। ਮਹਾਰਾਜ ਨੇ ਇਹੀ ਕਿਹਾ ਭਾਈ ਕਿ ਤੁਹਾਡੇ ਗੁਣ ਗਾਉਂਦਾ ਹਾਂ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ, ਇੱਕ ਸਭ ਕੁਛ ਛੋੜ ਮੈਂ ਪ੍ਰਭ ਤੂੰ ਹੀ ਧਿਆਇਆ, ਹੋਰ ਮੈਂ ਕਿਹਨੂੰ ਧਿਆਉਣਾ ਹੈ। ਜੀ ਜੰਤ ਸਭ ਸਰਣ ਤੁਮਾਰੀ। ਇਹ ਜਿੰਨੇ ਛੋਟੇ ਵੱਡੇ ਜੀ ਜੰਤ ਨੇ ਸਾਰੇ ਤੁਹਾਡੀ ਸ਼ਰਨ ਦੇ ਵਿੱਚ ਨੇ। ਭਾਵੇਂ ਦੇਖਣ ਨੂੰ ਤੁਸੀਂ ਨਜ਼ਰ ਨਹੀਂ ਆਉਂਦੇ, ਪਰ ਅਸੀਂ ਹਾਂ ਤੁਹਾਡੀ ਸ਼ਰਨ ਵਿੱਚ। ਸਰਬ ਚਿੰਤ ਤੁਧ ਪਾਸੇ, ਸਾਰਿਆਂ ਦੀ ਚਿੰਤਾ ਤੁਹਾਡੇ ਕੋਲ ਹੈ। ਕੋਈ ਐਸਾ ਨਹੀਂ ਜਿਹਦੀ ਚਿੰਤਾ ਤੁਹਾਡੇ ਪਾਸ ਨਹੀਂ, ਹਰੇਕ ਦੀ ਚਿੰਤਾ ਤੁਸੀਂ ਕਰਦੇ ਹੋ। ਸੋ ਕਰਤਾ ਚਿੰਤਾ ਕਰੇ ਜਿਨ੍ਹਾਂ ਪਾਇਆ ਜਗ। ਚਾਹੇ ਕੋਈ ਕਿਤੇ ਬੈਠਾ ਹੈ, ਜੋ ਤੁਧ ਭਾਵੈ ਸੋਈ ਚੰਗਾ। ਜੋ ਤੁਹਾਨੂੰ ਭਾਉਂਦਾ ਉਹੀ ਚੰਗਾ ਹੈ। ਇਹ ਤਾਂ ਗੱਲ ਸਾਰਿਆਂ ਨੂੰ ਪਤਾ ਹੈ, ਪਰ ਇੱਥੇ ਗੁਰੂ ਨਾਨਕ ਦੇਵ ਜੀ ਨੇ ਕੀ ਕਿਹਾ? ਜੋ ਤੁਧ ਭਾਵੈ ਸੋਈ ਚੰਗਾ।
ਜੋ ਤੁਹਾਨੂੰ ਭਾਉਂਦਾ ਹੈ ਸੋਈ ਮੈਨੂੰ ਚੰਗਾ ਲੱਗੇ। ਇਹ ਨਾ ਕਿ ਤੁਹਾਨੂੰ ਤਾਂ ਭਾਉਂਦਾ ਹੋਰ ਤੇ ਮੈਨੂੰ ਹੋਰ ਭਾਉਂਦਾ, ਫਿਰ ਆਪਣੀ ਸੁਰ ਕਿਵੇਂ ਰਲੇਗੀ ਆਪਸ ਵਿੱਚ, ਫਿਰ ਆਪਣਾ ਮਿਲਾਪ ਕਿਵੇਂ ਹੋ ਸਕਦਾ ਹੈ। ਮੇਰੇ ਗਰੀਬ ਤੇ ਕਿਰਪਾ ਕਰੋ ਕਿ ਜੋ ਤੁਹਾਨੂੰ ਭਾਵੇ ਸੋਈਓ ਮੈਨੂੰ ਭਾਵੇ, ਉਹੀ ਮੈਨੂੰ ਚੰਗਾ ਲੱਗੇ। ਮੈਂ ਨਹੀਂ ਕਹਿੰਦਾ ਕਿ ਜਿਹੜਾ ਮੈਨੂੰ ਚੰਗਾ ਲੱਗੇ ਉਹ ਤੁਹਾਨੂੰ ਚੰਗਾ ਲੱਗੇ, ਕਿਉਂਕਿ ਮੈਂ ਤਾਂ ਛੋਟਾ, ਤੁਹਾਡਾ ਬੱਚਾ, ਤੁਹਾਡਾ ਭਗਤ ਹਾਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੋ ਤੁਹਾਨੂੰ ਭਾਉਂਦਾ ਉਹ ਮੈਨੂੰ ਚੰਗਾ ਲੱਗੇ, ਤੁਹਾਡੇ ਭਾਣੇ 'ਚ ਰਹਿਣ ਦਾ ਬਲ ਬਖਸ਼ੋ। ਇੱਕ ਨਾਨਕ ਕੀ ਅਰਦਾਸੇ, ਇੱਕ ਮੇਰੀ ਤਾਂ ਨਾਨਕ ਦੀ ਇਹੀ ਅਰਦਾਸ ਹੈ। ਔਰ ਸੰਗਤ ਨੂੰ ਵੀ ਇਹੀ ਕਹਿੰਦੇ ਨੇ ਕਿ ਵਾਹਿਗੁਰੂ ਦੇ ਅੱਗੇ ਹਮੇਸ਼ਾ ਬੇਨਤੀ ਕਰੋ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ। ਮਹਾਰਾਜ ਜੋ ਤੁਹਾਨੂੰ ਭਾਵੇ ਉਹ ਸਾਨੂੰ ਚੰਗਾ ਲੱਗੇ, ਅਸੀਂ ਕਦੇ ਤੁਹਾਡੇ ਵਿਰੁੱਧ ਨਾ ਬੋਲੀਏ। ਜੇ ਪ੍ਰਮਾਤਮਾ ਦੇ ਦਰਸ਼ਨ ਕਰਨੇ, ਮਹਾਰਾਜ ਕਹਿੰਦੇ ਜੇ ਮਿਲਣਾ ਉਹਨੂੰ ਵਿਰੋਧੀ ਨਾ ਹੋਵੇ ਕਦੇ, ਪਰ ਇਹ ਸਾਡੇ ਲਈ ਔਖਾ ਹੈ। ਸੈਂਕੜਿਆਂ ਚੋਂ ਨਹੀਂ, ਕਰੋੜਾਂ ਵਿੱਚੋਂ ਇੱਕ ਅੱਧਾ ਬੰਦਾ ਜਿਹੜਾ ਉਹਦਾ ਵਿਰੋਧੀ ਨਹੀਂ ਹੁੰਦਾ। ਆਪਾਂ ਕਦੇ ਨਾ ਕਦੇ ਪੁੱਠਾ ਬੋਲ ਹੀ ਜਾਂਦੇ, ਫਿਰ ਵੀ ਕਿਉਂ ਨੁਕਸਾਨ ਹੋ ਜਾਣਾ, ਕਦੇ ਨਾ ਕਦੇ ਕੋਈ ਵੱਡਾ ਨੁਕਸਾਨ ਹੋ ਜਾਂਦਾ, ਕਦੇ ਨਾ ਕੋਈ ਹੋਰ ਹੋ ਜਾਂਦਾ, ਕੋਈ ਨਾ ਕੋਈ ਗੱਲ ਫਿਰ ਆਪਣੇ ਮੂੰਹ ਚੋਂ ਰੱਬ ਦੇ ਵਿਰੁੱਧ ਨਿਕਲ ਹੀ ਜਾਂਦੀ ਹੈ। ਜਾਂ ਆਪਾਂ ਪਖੰਡ ਬਣਾਉਂਦੇ ਸੰਸਾਰ ਦੇ ਅੰਦਰ ਦੂਜੇ ਨੂੰ ਖੁਸ਼ ਕਰਨ ਲਈ, ਜਿਵੇਂ ਕਿਸੇ ਦਾ ਕੋਈ ਚੜ੍ਹਾਈ ਕਰ ਜੇ, ਉੱਥੇ ਵੀ ਤਾਂ ਆਪਾਂ ਜਾਣਾ, ਪਰਚਾਉਣੀ ਤੇ ਚੱਲਿਆ ਮੈਂ, ਜਾ ਕੇ ਕਹਿਣਗੇ ਰੱਬ ਨੇ ਬੜਾ ਮਾੜਾ ਕੀਤਾ, ਤੁਹਾਡੇ ਨਾਲ ਬੜਾ ਧੱਕਾ ਕੀਤਾ ਰੱਬ ਨੇ। ਆਪਾਂ ਤਾਂ ਵਿਰੋਧੀ ਹੋ ਕੇ ਆ ਗਏ ਰੱਬ ਦੇ, ਆਪਾਂ ਤਾਂ ਬੰਦਿਆਂ ਨੂੰ ਖੁਸ਼ ਕਰਨ ਲੱਗੇ ਹੋਏ ਆ, ਰਿਸ਼ਤੇਦਾਰਾਂ ਨੂੰ ਖੁਸ਼ ਕਰਦੇ ਆ, ਗੁਆਂਢੀਆਂ ਨੂੰ ਖੁਸ਼ ਕਰਦੇ ਆ। ਰੱਬ ਨੂੰ ਤਾਂ ਭਾਵੇਂ ਨਿੰਦੀ ਜਾਓ, ਉਹਨੇ ਕਿਹੜਾ ਉੱਤੇ ਡਿੱਗਣਾ ਆਪਣੇ, ਉਹਨੇ ਕਿਹੜਾ ਕੁਝ ਕਹਿਣਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਤਾਂ ਪੱਤਾ ਕੱਟਿਆ, ਮੈਂ ਕਾਟਾ ਮਾਰਤਾ, ਤੂੰ ਭਗਤਾਂ ਦੀ ਗਿਣਤੀ 'ਚ ਬਾਹਰ ਹੋ ਗਿਆ। ਤੈਨੂੰ ਕੀ ਲੋੜ ਸੀ ਉੱਥੇ ਪੁੱਠਾ ਬੋਲਣ ਦੀ ਜਾ ਕੇ? ਤੂੰ ਇੰਨਾ ਨਹੀਂ ਕਹਿ ਸਕਦਾ ਭਾਈ ਜਿੰਨਾ ਰੱਬ ਨੇ ਉਮਰ ਦਿੱਤੀ ਸੀ ਉਹਨਾਂ ਭੋਗ ਕੇ ਚਲਿਆ ਗਿਆ, ਵਾਹਿਗੁਰੂ ਦੇ ਹੁਕਮ ਵਿੱਚ ਹੈ ਸਾਰਾ ਕੁਝ, ਤੈਨੂੰ ਕੀ ਲੋੜ ਆ ਉੱਥੇ ਕਹਿਣ ਦੀ ਤੂੰ ਰੱਬ ਨੇ ਧੱਕਾ ਕੀਤਾ, ਹਾ ਰੱਬ ਨੇ ਬੜਾ ਮਾੜਾ ਕੀਤਾ। ਤੂੰ ਕਾਹਦਾ ਭਗਤ ਹੈ ਜਿਹੜਾ ਉਹਦੇ ਵਿਰੁੱਧ ਬੋਲੀ ਜਾਂਦਾ? ਮਹਾਰਾਜ ਕਹਿੰਦੇ ਆਪਾਂ ਕਦੇ ਵੀ ਉਹਦੇ ਵਿਰੁੱਧ ਨਹੀਂ ਬੋਲਣਾ। ਬੜੇ ਲੋਕਾਂ ਨੇ ਹੁਣ ਬੜਾ ਵਿਰੁੱਧ ਬੋਲਿਆ, ਰੱਬ ਨੇ ਮੀਂਹ ਨਹੀਂ ਪਾਇਆ, ਰੱਬ ਨੂੰ ਪਤਾ ਨਹੀਂ ਲੱਗਦਾ, ਰੱਬ ਨੂੰ ਐ ਨਹੀਂ ਹੁੰਦਾ, ਫਿਰ ਉਹ ਲਿਸਟ ਤੋਂ ਬਾਹਰ ਹੋ ਗਿਆ। ਆਪਾਂ ਮਾਫੀ ਮੰਗ ਲਓ ਕਿ ਮਹਾਰਾਜ ਸਾਨੂੰ ਪਤਾ ਨਹੀਂ ਹੈ ਬੋਲਣ ਦਾ, ਅਸੀਂ ਤਾਂ ਐਵੇਂ ਹਵਾ ਤਵਾ ਬੋਲ ਜਾਂਦੇ ਹਾਂ, ਸਾਤੋਂ ਗਲਤੀ ਹੋ ਗਈ। ਜੇ ਥੋੜਾ ਜਿਹਾ ਹੁਣ ਜ਼ਿਆਦਾ ਪਾਤਾ, ਫਿਰ ਕਹਿਣਗੇ ਰੱਬ ਨੇ ਬੜਾ ਮੀਂਹ ਪਾਤਾ, ਮੇਰੀ ਦੁਕਾਨ ਮੂਹਰੇ ਪਾਣੀ ਖੜ ਗਿਆ, ਮੇਰਾ ਗਾਹਕ ਮਰ ਗਿਆ, ਮੇਰਾ ਐਂ ਹੋ ਗਿਆ, ਫਿਰ ਵਿਰੁੱਧ ਬੋਲਣਾ ਸ਼ੁਰੂ ਕਰ ਦੇਣਾ ਆਪਾਂ ਨੇ। ਮਹਾਰਾਜ ਕਹਿੰਦੇ ਜੇ ਤੇਰੇ ਵਰਗੇ ਵਿਰੁੱਧ ਬੋਲਣ ਵਾਲੇ ਸਿੱਖ ਕਹਾਉਂਦੇ ਨੇ ਤਾਂ ਮੇਰੇ ਰਜਾ 'ਚ ਚੱਲਣ ਵਾਲਿਆਂ ਨੂੰ ਕੀ ਕਹਾਂਗੇ? ਇਸ ਕਰਕੇ ਆਪਾਂ ਤਾਂ ਰਜਾ ਵਿੱਚ ਰਹਿਣ ਦੇ ਆਦੀ ਬਣਨਾ ਹੈ। ਜਿੰਨਾ ਕੁ ਰਜਾ 'ਚ ਰਹਿ ਸਕਦੇ ਹਾਂ ਵੱਧ ਤੋਂ ਵੱਧ ਉਹੀ ਠੀਕ ਹੈ। ਵਾਹਿਗੁਰੂ ਦੇ ਭਾਣਿਆਂ ਵਿੱਚ ਰਹਿ ਕੇ ਹੀ ਕਹਿਣਾ ਹੈ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਹਰ ਕਾ ਨਾਮ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਗੁਰ ਮੇਰਾ ਸੰਗ ਸਦਾ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਤੇਰਾ ਕੀਆ ਮੀਠਾ ਲਾਗੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸੱਜਣ ਸੱਚਾ ਪਾਤਸ਼ਾਹ ਸ਼ਿਰਸ਼ਾਹਾਂ ਨੇ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਏਸਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ਼ਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵ ਲਾਏ। ਨਵ ਨਿਧੀ 18 ਸਿੱਧੀ ਪਿਛੈ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵ ਲਾਏ। ਨਵ ਨਿਧੀ 18 ਸਿੱਧੀ ਪਿਛੈ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਬਿਨ ਸਤਿਗੁਰ ਨਾਉ ਨ ਪਾਈਐ, ਬੁੱਝੋ ਕਰ ਵਿਚਾਰ। ਨਾਨਕ ਪੂਰੈ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ। ਮਹੱਲਾ ਤੀਜਾ। ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਗੁਰਮੁਖ ਸ਼ਬਦੇ ਰਤਿਆਂ, ਸੀਤਲ ਹੋਏ ਆਪ ਗਵਾਏ। ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨਾ ਲੱਗੈ ਆਏ। ਨਾਨਕ ਜੇ ਗੁਰਮੁਖ ਕਰਹਿ ਸੋ ਪ੍ਰਵਾਨ ਹੈ, ਜੋ ਨਾਮ ਰਹੇ ਲਿਵ ਲਾਏ। ਪੌੜੀ। ਹਉ ਬਲਿਹਾਰੀ ਤਿਨ ਕਉ, ਜੋ ਗੁਰਮੁਖ ਸਿੱਖਾ। ਜੋ ਹਰ ਨਾਮ ਧਿਆਇਂਦੇ, ਤਿਨ ਦਰਸ਼ਨ ਪਿੱਖਾ। ਸੁਣ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ। ਹਰ ਨਾਮ ਸਲਾਹੀ ਰੰਗ ਸਿਉ, ਸਭ ਕਿਲ ਵਿਖ ਕ੍ਰਿਖਾ। ਧਨ ਧਨ ਸੁਹਾਵਾ, ਸੋ ਸਰੀਰ ਥਾਨ ਹੈ, ਜਿੱਥੈ ਮੇਰਾ ਗੁਰ ਧਰੇ ਵਿਖਾ। ਹਰ ਨਾਮ ਸਲਾਹੀ ਰੰਗ ਸਿਉ,
ਸਭ ਕਿਲ ਵਿਖ ਕ੍ਰਿਖਾ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੈ ਮੇਰਾ ਗੁਰ ਧਰੇ ਵਿਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਜੋ ਭਗਵਾਨ ਨਿਰਭਉ ਹੋਏ, ਭਜੋ ਭਗਵਾਨ। ਪਰੇ ਪ੍ਰਭ ਅੰਤਰਜਾਮੀ, ਪਰੇ ਪ੍ਰਭ ਅੰਤਰਜਾਮੀ। ਨਾਨਕੇ ਓਟ ਪਕਰੀ ਪ੍ਰਭ ਸੁਆਮੀ, ਨਾਨਕੇ ਓਟ ਪਕਰੀ ਪ੍ਰਭ ਸੁਆਮੀ। ਸਵਾਰੇ ਸਤਿਗੁਰ ਤੂੰ